ਸਾਡੀ ਫਿਤਰਤ 'ਚ ਆ ਵੀ ਜਿੱਥੇ ਅਸੀਂ ਇੰਨੀ ਮਿਹਨਤ ਕਰਕੇ ਆਪਣਾ ਅਨਾਜ ਉਗਾਉਂਦੇ ਆ ਤੇ ਜਿੱਥੇ ਸਾਨੂੰ ਵੱਧ ਪੈਸੇ ਮਿਲਣਗੇ ਅਸੀਂ ਉੱਥੇ ਜਾਵਾਂਗੇ, ਭਾਵੇਂ ਰੁਪਈਏ ਦਾ ਵੀ ਫਰਕ ਹੋਵੇ। ਇਹਨਾਂ 2 ਰੁਪਈਏ ਵਧਾ ਕੇ ਤੇ ਉੱਥੋਂ ਖਰੀਦ ਕੀਤੀ ਤੇ ਸਾਰੇ ਉਧਰਲੇ ਬੰਨੇ ਨੂੰ ਸ਼ਿਫਟ ਹੋ ਗਏ ਕਿ ਉਹਦੇ 70-75 ਸਾਲ ਤੋਂ ਤੁਹਾਡੇ ਕੋਲ ਸਾਰੇ ਰਾਈਟਸ ਹੈਗੇ ਨੇ ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਚ ਸਕਦੇ ਹੋ। ਤੇ ਫਿਰ ਇਹਦੇ ਵਿੱਚ ਨਵੀਂ ਕਿਹੜੀ ਗੱਲ ਹੈ? ਹੁਣ ਇਹੋ ਚੀਜ਼ ਉਹ ਹਿਮਾਚਲ ਦੇ ਜ਼ਿਮੀਂਦਾਰਾਂ ਦੇ ਕੋਲ ਵੀ ਆਈ ਵੀ ਜੇ ਤੁਹਾਨੂੰ ਨਹੀਂ ਐਕਸੈਪਟ ਹੈਗਾ ਵੀ ਤੁਹਾਨੂੰ ਇਹ ਮੁੱਲ ਨਹੀਂ ਚਾਹੀਦਾ ਤਾਂ ਤੁਸੀਂ ਬਾਹਰ ਜਾ ਕੇ ਵੇਚ ਲਓ ਕਿਤੇ। ਹੁਣ ਜਿਹੜੇ ਵੀਰ ਦੇ ਕੋਲ ਕੋਈ ਹੈ ਹੀ 2 3 4 5 ਕੁਆਂਟਲ ਸੇਬ ਆ, ਉਹ ਪਹਿਲਾਂ ਜੀਪ ਕਰੂਗਾ, ਜੀਪ ਕਰਕੇ ਪੰਜਾਬ ਲਿਆਊ ਜਾਂ ਦਿੱਲੀ ਲੈ ਕੇ ਆਊਗਾ ਤੇ ਉਹਦਾ ਖਰਚਾ ਕਿੱਥੇ ਚਲੇ ਜਾਂਦਾ? ਜੇ ਕਿਲੋ ਦੇ ਉੱਤੇ ਲਾਈਏ ਆਪਾਂ ਵੀ 6 ਰੁਪਏ ਮਿਲਦਾ ਪਿਆ, ਇੱਥੇ ਉਹਨੂੰ 15 ਮਿਲ ਜੂ, ਪਰ ਉਹ ਤੋਂ ਡਬਲ ਤੇ ਖਰਚਾ ਪੈ ਜਾਂਦਾ। ਹੁਣ ਇਹ ਕਹਿ ਰਹੇ ਨੇ ਕਿ ਮੰਡੀ ਤੁਹਾਡੀ ਸਰਕਾਰੀ ਵੀ ਰਹੂ ਤੇ ਸਰਕਾਰੀ ਦੇ ਨਾਲ ਇੱਕ ਪ੍ਰਾਈਵੇਟ ਮੰਡੀ ਹੋਊਗੀ। ਉਹ ਪ੍ਰਾਈਵੇਟ ਮੰਡੀਆਂ ਕਿੰਨਾਂ ਦੀਆਂ ਨੇ? ਪ੍ਰਾਈਵੇਟ ਮੰਡੀਆਂ ਇਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਦੀ ਇੱਕ ਦਿਨ ਦੀ ਕਮਾਈ 100 ਕਰੋੜ ਰੁਪਈਆ। ਅਡਾਨੀ ਗਰੁੱਪ ਦੀ 24 ਘੰਟਿਆਂ ਦੀ 99 ਕਰੋੜ ਰੁਪਈਆ ਕਮਾਈ ਹੈ। 24 ਘੰਟਿਆਂ ਦੀ 99 ਕਰੋੜ ਰੁਪਈਆ ਔਨ ਰਿਕਾਰਡ ਪੇਪਰਾਂ ਦੇ ਵਿੱਚ। ਉਸ ਸਾਲ ਉਹਨਾਂ ਦੇ ਕੋਲ ਕੋਈ ਗਿਆ ਨਾ, ਫਿਰ ਸਰਕਾਰ ਕਹੂਗੀ ਵੀ ਹੁਣ ਇਹਨਾਂ ਦੇ ਤਨਖਾਹਾਂ ਦਾ ਬਹੁਤ ਖਰਚਾ ਪੈ ਰਿਹਾ, ਇਹਨਾਂ ਦੇ ਦਫ਼ਤਰਾਂ ਦਾ ਬਹੁਤ ਖਰਚਾ ਪੈ ਰਿਹਾ। ਹੁਣ ਇਹਨਾਂ ਕੋਲ ਤੇ ਕੋਈ ਜ਼ਿਮੀਂਦਾਰ ਆਉਂਦਾ ਨਹੀਂ ਤੇ ਅਸੀਂ ਇਹਨਾਂ ਨੂੰ ਰੱਖ ਕੇ ਕੀ ਕਰਾਂਗੇ? ਇਹਨਾਂ ਨੂੰ ਬੰਦ ਕਰ ਦਿੰਦੇ ਆ ਤੇ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਇਦਾਂ ਦਾ ਅੰਦੋਲਨ ਕਰਨਾ ਪਊਗਾ। ਫਿਰ ਤਾਂ ਅਸੀਂ ਜ਼ਿਮੀਂਦਾਰ ਅੰਦੋਲਨਾਂ ਦੇ ਵਿੱਚ ਹੀ ਲੰਘ ਜਾਾਂਗੇ। ਸੋ 2 ਸਾਲ ਤੇ ਬੜੇ ਵਧੀਆ ਪੈਸੇ ਮਿਲਣਗੇ, ਪਰ ਤੀਜੇ ਸਾਲ ਦੇ ਵਿੱਚ, ਚੌਥੇ ਸਾਲ ਦੇ ਵਿੱਚ ਜਦੋਂ FCI ਬੰਦ ਕਰਤੀ, ਸਰਕਾਰੀ ਖਰੀਦ ਬੰਦ ਹੋ ਗਈ ਵੀ ਸਾਰਾ ਤੇ ਤੁਸੀਂ ਪ੍ਰਾਈਵੇਟਾਂ ਦੇ ਕੋਲ ਜਾ ਰਹੇ ਹੋ, ਫਿਰ ਜਿਹੜੀ ਅਸਲੀ ਮਨੋਪਲੀ ਹੈ, ਜਿਹੜੀ ਅਸਲੀ ਚਾਲ ਹੈ ਉਹਨਾਂ ਦੀ, ਉਹ ਸਾਹਮਣੇ ਆਊਗੀ। ਮਾਹੌਲ ਬਹੁਤ ਠੰਡਾ ਜਿਹਾ ਲੱਗ ਰਿਹਾ ਤੇ ਥੋੜਾ ਜਿਹਾ ਆਪਾਂ ਨੂੰ ਖੇਤੀ ਦੇ ਨਾਅਰੇ ਵੀ ਲਾਉਣੇ ਚਾਹੀਦੇ ਆ ਵੀ ਦਿੱਲੀ ਤੱਕ ਜਿੱਦਾਂ ਪਹਿਲਾਂ ਆਵਾਜ਼ਾਂ ਜਾਂਦੀਆਂ ਸੀ ਹੁਣ ਵੀ ਜਾਣੀਆਂ ਚਾਹੀਦੀਆਂ ਨੇ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਬੀਜੇਪੀ ਸਰਕਾਰ, ਬੀਜੇਪੀ ਸਰਕਾਰ। ਧੰਨਵਾਦ। ਮੈਂ ਨਾ ਇੱਕ ਇਨਸੀਡੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਸੀ, ਇੱਕ ਘਟਨਾ ਕਿ ਜਦੋਂ ਇਹਨਾਂ ਬਿੱਲਾਂ ਦੇ ਉੱਪਰ ਹੁਣ ਕਾਨੂੰਨ ਬਣ ਗਏ ਨੇ, ਸਰਕਾਰ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ ਤੇ ਸਾਡੇ ਜਿੰਨੇ ਵੀ ਮੰਤਰੀ ਉਹਨਾਂ ਨੇ ਜਵਾਬ ਦੇਣਾ ਅੱਗੋਂ ਕਿ ਤੁਸੀਂ ਕਾਲਪਨਿਕ ਗੱਲਾਂ ਕਰ ਰਹੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ, ਤੁਸੀਂ ਪਹਿਲਾਂ ਹੀ ਕਿੱਦਾਂ ਦੱਸ ਸਕਦੇ ਹੋ ਵੀ ਜੇ ਅਸੀਂ ਬਿੱਲ ਬਣਾਏ ਨੇ ਤੇ ਤੁਸੀਂ ਇਹਦਾ ਸਹਿਯੋਗ ਦਿਓ, ਇਹ ਬਿੱਲ ਮਾੜੇ ਨਹੀਂ, ਬਿੱਲ ਬਹੁਤ ਚੰਗੇ ਨੇ ਤੇ ਇਹ ਤੁਹਾਡੀਆਂ ਜਿਹੜੀਆਂ ਕਮਾਈਆਂ ਨੇ ਇਹਨਾਂ ਨੂੰ ਵਧਾਉਣਗੇ। ਇੱਕ ਨਾ ਹਿਮਾਚਲ ਦੇ ਵਿੱਚ ਸੇਬਾਂ ਦਾ ਕਾਰੋਬਾਰ ਸੀ ਕਾਫੀ ਜ਼ਿਆਦਾ, ਹੁਣ ਵੀ ਹੈਗਾ। ਉੱਥੇ ਛੋਟੇ-ਛੋਟੇ ਜ਼ਿਮੀਂਦਾਰ ਸੀ ਜਿਹੜੇ ਸੇਬਾਂ ਦੇ ਬਾਗ ਚਲਾਉਂਦੇ ਸੀ ਤੇ ਵਪਾਰੀ ਵੀ ਛੋਟੇ ਸੀ ਜਿਹੜੇ ਸੇਬਾਂ ਦੀ ਖਰੀਦ ਕਰਕੇ ਮੰਡੀਆਂ ਦੇ ਵਿੱਚੋਂ ਅੱਗੇ ਸਪਲਾਈ ਕਰਦੇ ਸੀ। ਇਹ ਅਡਾਨੀ ਗਰੁੱਪ ਦੀ ਨਜ਼ਰ ਪੈ ਗਈ ਉੱਥੇ ਕਿ ਇਹ ਸੇਬਾਂ ਦੇ ਛੋਟੇ-ਛੋਟੇ ਵਪਾਰੀ ਨੇ ਤੇ ਛੋਟੇ-ਛੋਟੇ ਜ਼ਿਮੀਂਦਾਰ ਨੇ, ਇਹਨਾਂ ਨੇ ਚੰਗੇ ਵੱਡੇ ਗੋਦਾਮ ਬਣਾਤੇ ਉੱਥੇ ਸੇਬਾਂ ਨੂੰ ਸਟੋਰ ਕਰਨ ਵਾਸਤੇ, ਅੱਗੇ ਸਪਲਾਈ ਦੇਣ ਵਾਸਤੇ। ਜਦੋਂ ਇਹਨਾਂ ਨੇ ਪਹਿਲੇ ਸਾਲ ਖਰੀਦ ਕੀਤੀ ਨਾ, ਜਿਹੜੇ ਵਪਾਰੀ ਸੀ ਲੋਕਲ ਛੋਟੇ ਵਪਾਰੀ, ਉਹ 20 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦਦੇ ਸੀ। ਇਹਨਾਂ ਨੇ 2 ਰੁਪਏ ਵਧਾ ਕੇ ਤੇ 22 ਰੁਪਏ ਕਿਲੋ ਦੇ ਹਿਸਾਬ ਨਾਲ ਸੇਬ ਖਰੀਦਣੇ ਸ਼ੁਰੂ ਕਰਤੇ। ਤੇ ਸਾਡੀ ਫਿਤਰਤ 'ਚ ਆ ਵੀ ਜਿੱਥੇ ਅਸੀਂ ਇੰਨੀ ਮਿਹਨਤ ਕਰਕੇ ਆਪਣਾ ਅਨਾਜ ਉਗਾਉਂਦੇ ਆ ਤੇ ਜਿੱਥੇ ਸਾਨੂੰ ਵੱਧ ਪੈਸੇ ਮਿਲਣਗੇ ਅਸੀਂ ਉੱਥੇ ਜਾਵਾਂਗੇ, ਭਾਵੇਂ ਰੁਪਈਏ ਦਾ ਵੀ ਫਰਕ ਹੋਵੇ। ਇਹਨਾਂ 2 ਰੁਪਏ ਵਧਾ ਕੇ ਤੇ ਉੱਥੋਂ ਖਰੀਦ ਕੀਤੀ ਤੇ ਸਾਰੇ ਉਧਰਲੇ ਬੰਨੇ ਨੂੰ ਸ਼ਿਫਟ ਹੋ ਗਏ। ਉਹ 1 ਸਾਲ ਵਪਾਰੀਆਂ ਨੇ ਘਾਟਾ ਝੱਲਿਆ, ਅਗਲੇ ਸਾਲ ਇਹਨਾਂ ਨੇ ਰੁਪਈਆ ਹੋਰ ਵਧਾ ਕੇ 23 ਰੁਪਏ ਨਾਲ ਕਰ ਲਈ। 2 ਸਾਲਾਂ ਦੇ ਵਿੱਚ ਜਿੰਨੇ ਛੋਟੇ ਵਪਾਰੀ ਸੀ ਖਤਮ ਹੋ ਗਏ। ਜਦੋਂ ਛੋਟੇ ਵਪਾਰੀ ਸਾਰੇ ਖਤਮ ਹੋ ਗਏ ਤੇ ਇਹਨਾਂ ਨੇ ਤੀਜੇ ਸਾਲ ਦੇ ਵਿੱਚ
6 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਕੀਤੀ, ਕਿਉਂਕਿ ਛੋਟਾ ਵਪਾਰੀ ਰਹਿ ਨਹੀਂ ਗਿਆ। ਜਿੱਥੇ 20 ਮਿਲਦੇ ਹੀ 14 ਰੁਪਏ ਘਟਾ ਕੇ 6 ਰੁਪਏ ਕੁਆਂਟਲ ਦੇ ਹਿਸਾਬ ਨਾਲ ਖਰੀਦ ਕੀਤੀ। ਇਹ ਰਿਕਾਰਡ ਦੇ ਵਿੱਚ ਹੈ। ਤੇ ਹੁਣ ਇਹ ਗੱਲਾਂ ਕਰਦੇ ਨੇ ਕਿ ਜਿਹੜਾ ਜ਼ਿਮੀਂਦਾਰ ਆ ਜਿੱਥੇ ਮਰਜ਼ੀ ਆਪਣੀ ਫਸਲ ਲੈ ਕੇ ਜਾ ਸਕਦਾ, ਅਸੀਂ ਕਾਨੂੰਨ ਬਣਾਤਾ ਜਿੱਥੇ ਮਰਜ਼ੀ ਵੇਚੇ। ਇਹ ਤਾਂ 70-75 ਤੋਂ ਜ਼ਿਮੀਂਦਾਰ ਦੇ ਕੋਲ ਖੁੱਲ੍ਹ ਹੈ ਕਿ ਉਹ ਆਪਣਾ ਜਿੱਥੇ ਮਰਜ਼ੀ ਲੈ ਜੇ, ਆਪਣੀਆਂ ਅਨਾਜ ਨੂੰ ਜਿੱਥੇ ਮਰਜ਼ੀ ਆਪਣੀਆਂ ਫਸਲਾਂ ਨੂੰ ਕੱਟ ਕੇ ਲੈ ਕੇ ਜਾ ਸਕਦਾ, ਵੇਚ ਸਕਦਾ। ਉੱਤੇ ਤਾਂ ਪਾਬੰਦੀ ਕੋਈ ਨਹੀਂ। ਮਤਲਬ ਮੈਂ ਬੜੀ ਸਿੰਪਲ ਜੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਤੇ 70-75 ਸਨ ਤੋਂ ਤੁਹਾਡੇ ਕੋਲ ਸਾਰੇ ਰਾਈਟਸ ਹੈਗੇ ਨੇ ਵੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਵੇਚ ਸਕਦੇ ਹੋ। ਤੇ ਫਿਰ ਇਹਦੇ ਵਿੱਚ ਨਵੀਂ ਕਿਹੜੀ ਗੱਲ ਹੈ? ਹੁਣ ਇਹੋ ਚੀਜ਼ ਉਹ ਹਿਮਾਚਲ ਦੇ ਜ਼ਿਮੀਂਦਾਰਾਂ ਦੇ ਕੋਲ ਵੀ ਆਈ ਵੀ ਜੇ ਤੁਹਾਨੂੰ ਨਹੀਂ ਐਕਸੈਪਟ ਹੈਗਾ, ਵੀ ਤੁਹਾਨੂੰ ਇਹ ਮੁੱਲ ਨਹੀਂ ਚਾਹੀਦਾ, ਤਾਂ ਤੁਸੀਂ ਬਾਹਰ ਜਾ ਕੇ ਵੇਚ ਲਓ ਕਿਤੇ। ਹੁਣ ਜਿਹੜੇ ਵੀਰ ਦੇ ਕੋਲ ਕੋਈ ਹੈ ਹੀ 2 3 4 5 ਕੁਆਂਟਲ ਸੇਬ ਆ, ਉਹ ਪਹਿਲਾਂ ਜੀਪ ਕਰੂਗਾ, ਜੀਪ ਕਰਕੇ ਪੰਜਾਬ ਲਿਆਊ ਜਾਂ ਦਿੱਲੀ ਲੈ ਕੇ ਆਊਗਾ, ਤੇ ਉਹਦਾ ਖਰਚਾ ਕਿੱਥੇ ਚਲੇ ਜਾਂਦਾ? ਜੇ ਕਿਲੋ ਦੇ ਉੱਤੇ ਲਾਈਏ ਆਪਾਂ ਵੀ 6 ਰੁਪਏ ਮਿਲਦਾ ਪਿਆ, ਇੱਥੇ ਉਹਨੂੰ 15 ਮਿਲ ਜੂ, ਪਰ ਉਹ ਤੋਂ ਡਬਲ ਤੇ ਖਰਚਾ ਪੈ ਜਾਂਦਾ। ਉਹ ਜੇ ਛੋਟਾ ਕੈਂਟਰ ਕਰਕੇ ਲਿਆਊਗਾ ਤੇ ਕੈਂਟਰ ਘੱਟੋ ਘੱਟ 10,000 ਰੁਪਇਆ ਲਊਗਾ। ਹੁਣ ਜੇ ਉਹ ਥੋੜੀ ਵੱਡੀ ਗੱਡੀ ਕਰਕੇ ਲਿਆਊ 15 ਲਊ, ਤੇ ਟਰੱਕ ਕਰੂਗਾ ਤੇ 25 ਲਊਗਾ। ਤੇ ਨਾ ਉਹਦੇ ਕੋਲ ਟਰੱਕ ਜਿੰਨਾ ਮਾਲ ਹੈ, ਤੇ ਨਾ ਉਹਦੇ ਕੋਲ ਵਿਚਕਾਰਲੀ ਗੱਡੀ ਜੋਨਾ ਹੈ, ਤੇ ਉਹ ਹੈਗਾ ਤੇ ਸਾਰਿਆਂ ਤੋਂ ਛੋਟੀ ਗੱਡੀ ਜੋਗਾ ਆ। ਉਹ ਖਰਚੇ ਵੀ ਨਹੀਂ ਪੂਰੇ ਹੁੰਦੇ। ਸੋ ਇਸੇ ਤਰੀਕੇ ਨਾਲ ਹੀ ਜਿਹੜੀ ਤੁਹਾਡੇ ਨਾਲ ਮੈਂ ਗੱਲ ਸਾਂਝੀ ਕੀਤੀ, ਇਦਾਂ ਹੀ ਇਹ ਪੰਜਾਬ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਹੁਣ ਇਹ ਕਹਿ ਰਹੇ ਨੇ ਕਿ ਮੰਡੀ ਤੁਹਾਡੀ ਸਰਕਾਰੀ ਵੀ ਰਹੂ, ਤੇ ਸਰਕਾਰੀ ਦੇ ਨਾਲ ਇੱਕ ਪ੍ਰਾਈਵੇਟ ਮੰਡੀ ਹੋਊਗੀ। ਉਹ ਪ੍ਰਾਈਵੇਟ ਮੰਡੀਆਂ ਕਿਹਨਾਂ ਦੀਆਂ ਨੇ? ਪ੍ਰਾਈਵੇਟ ਮੰਡੀਆਂ ਇਹਨਾਂ ਲੋਕਾਂ ਦੀਆਂ ਨੇ ਜਿਨ੍ਹਾਂ ਦੀ ਇੱਕ ਦਿਨ ਦੀ ਕਮਾਈ 100 ਕਰੋੜ ਰੁਪਈਆ। ਅਡਾਨੀ ਗਰੁੱਪ ਦੀ 24 ਘੰਟਿਆਂ ਦੀ 99 ਕਰੋੜ ਰੁਪਈਆ ਕਮਾਈ ਹੈ। 24 ਘੰਟਿਆਂ ਦੀ 99 ਕਰੋੜ ਰੁਪਈਆ ਔਨ ਰਿਕਾਰਡ ਪੇਪਰਾਂ ਦੇ ਵਿੱਚ ਹੈ। ਜਦੋਂ ਵੀ ਇਹ ਲੋਕ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਦੇ ਨੇ ਨਾ, ਇਹ ਬਿਜ਼ਨਸ ਦੇ ਵਿੱਚ ਜਦੋਂ ਬਿਜ਼ਨਸ ਦੀ ਵਿਉਂਤਬੰਦੀ ਬਣਾਈ ਜਾਂਦੀ ਹੈ, ਉਹਦੇ ਵਿੱਚ ਪਹਿਲੇ 3-4 ਸਾਲ ਦਾ ਘਾਟਾ ਵੀ ਨਾਲ ਜੋੜਿਆ ਜਾਂਦਾ ਹੈ ਵੀ ਮਾਰਕੀਟ ਦੇ ਵਿੱਚ ਦੂਜਿਆਂ ਨੂੰ ਕਿੱਦਾਂ ਖਤਮ ਕਰਨਾ ਤੇ ਕਿੰਨਾ ਘਾਟਾ ਪਊਗਾ। ਇਹ ਘਾਟੇ ਵਾਲਾ ਬਜਟ ਵੀ ਨਾਲ ਲੈ ਕੇ ਚੱਲਦੇ ਨੇ। ਹੁਣ ਇਹ ਕਹਿੰਦੇ ਨੇ ਜੀ ਪ੍ਰਾਈਵੇਟ ਮੰਡੀ ਹੈ, ਇੱਕ ਸਰਕਾਰੀ ਹੈ। ਅੱਜ ਅਸੀਂ ਸਰਕਾਰੀ ਮੰਡੀ ਦੇ ਵਿੱਚ ਆਪਣਾ ਫਸਲਾਂ ਨੂੰ ਲੈ ਕੇ ਜਾ ਰਹੇ ਹਾਂ। ਕੱਲ ਨੂੰ ਪ੍ਰਾਈਵੇਟ ਪਲੇਅਰ ਜਿਹੜਾ ਬਾਇਰ ਆ ਉਹ ਨਾਲ ਖੜਾ ਆ। ਅਸੀਂ ਝੋਨਾ ਲੈ ਕੇ ਜਾਂਦੇ ਆ, ਸਰਕਾਰੀ ਸਾਨੂੰ 1888 ਮਿਲ ਰਿਹਾ, ਉਹ ਕਹੂਗਾ ਲਿਆਓ ਮੈਂ ਤੁਹਾਨੂੰ 1950 ਦੇ ਹਿਸਾਬ ਨਾਲ ਪੈਸੇ ਦਿੰਦਾ। ਅਸੀਂ ਤਾਂ ਉਧਰ ਹੀ ਜਾਵਾਂਗੇ ਜਿੱਥੇ 10 ਰੁਪਏ ਵੱਧ ਮਿਲਣਗੇ ਜਾਂ 50 ਵੱਧ ਮਿਲਣਗੇ। ਉਹ ਪਹਿਲਾ ਸਾਲ ਬਹੁਤ ਵਧੀਆ ਚੱਲੂ, ਦੂਜਾ ਸਾਲ ਵੀ ਬਹੁਤ ਵਧੀਆ ਚੱਲੂ, ਵੀ ਸਾਡੀ ਜਿਹੜੀ ਕਮਾਈ ਹੈ ਹਰ ਕੁਆਂਟਲ ਦੇ ਨਾਲ ਐਡ ਹੁੰਦੀ ਜਾਊਗੀ। ਵੀ ਜੇ ਸਾਡਾ 30-35 ਕੁਆਂਟਲ ਝੋਨੇ ਤੋਂ ਅਸੀਂ ਕਹਿ ਦਈਏ ਵੀ ਇੰਨੀ ਕਮਾਈ ਹੋਈ ਹੈ, ਤੇ ਉਹਦੇ ਤੋਂ 5-7 ਹਜ਼ਾਰ ਵਧਿਆ ਕਰੂਗਾ ਪਹਿਲੇ ਸਾਲ ਵੀ ਦੂਜੇ ਸਾਲ ਵੀ। ਫਿਰ ਇਹ ਕੀ ਕਰਨਗੇ? ਜਿਵੇਂ ਇਹਨਾਂ ਹਿਮਾਚਲ ਦੇ ਵਿੱਚ ਕੀਤਾ ਵੀ ਛੋਟੇ ਵਪਾਰੀ ਖਤਮ ਨੇ। ਮੰਡੀਆਂ ਅੱਜ ਦੀ ਡੇਟ ਦੇ ਵਿੱਚ FCI ਦੇ ਅੰਡਰ ਨੇ, ਫੂਡ ਕਾਰਪੋਰੇਸ਼ਨ ਆਫ ਇੰਡੀਆ। ਉਹਦੇ 'ਚ ਹੋਰ ਏਜੰਸੀਆਂ ਆ ਜਾਂਦੀਆਂ, ਪਨਸਪ ਆ ਜਾਂਦੀ ਆ, ਫੂਡ ਗ੍ਰੇਨ ਆ ਜਾਂਦੀ, ਹੋਰ ਕਈ ਆ ਜਾਂਦੇ ਨੇ। ਹੁਣ ਇਹ ਜਦੋਂ 2 ਸਾਲ ਉਹਨਾਂ ਦੇ ਕੋਲ ਗਿਆ ਨਾ, ਫਿਰ ਸਰਕਾਰ ਕਹੂਗੀ ਵੀ ਹੁਣ ਇਹਨਾਂ ਦੇ ਤਨਖਾਹਾਂ ਦਾ ਬਹੁਤ ਖਰਚਾ ਪੈ ਰਿਹਾ, ਇਹਨਾਂ ਦੇ ਦਫ਼ਤਰਾਂ ਦਾ ਬਹੁਤ ਖਰਚਾ ਪੈ ਰਿਹਾ। ਹੁਣ ਇਹਨਾਂ ਕੋਲ ਤੇ ਕੋਈ ਜ਼ਿਮੀਂਦਾਰ ਆਉਂਦਾ ਨਹੀਂ, ਤੇ ਅਸੀਂ ਇਹਨਾਂ ਨੂੰ ਰੱਖ ਕੇ ਕੀ ਕਰਾਂਗੇ? ਇਹਨਾਂ ਨੂੰ ਬੰਦ ਕਰ ਦਿੰਦੇ ਆ। ਤੇ ਫਿਰ ਉਹਨਾਂ ਨੂੰ ਬਚਾਉਣ ਵਾਸਤੇ ਕੋਈ ਇਦਾਂ ਦਾ ਅੰਦੋਲਨ ਕਰਨਾ ਪਊਗਾ। ਫਿਰ ਤਾਂ ਅਸੀਂ ਜ਼ਿਮੀਂਦਾਰ ਅੰਦੋਲਨਾਂ ਦੇ ਵਿੱਚ ਹੀ ਲੰਘ ਜਾਾਂਗੇ। ਸੋ 2 ਸਾਲ ਤੇ ਬੜੇ ਵਧੀਆ ਪੈਸੇ ਮਿਲਣਗੇ, ਪਰ ਤੀਜੇ ਸਾਲ ਦੇ ਵਿੱਚ, ਚੌਥੇ ਸਾਲ ਦੇ ਵਿੱਚ ਜਦੋਂ FCI ਬੰਦ ਕਰਤੀ, ਸਰਕਾਰੀ ਖਰੀਦ ਬੰਦ ਹੋ ਗਈ, ਵੀ ਸਾਰਾ ਤੇ ਤੁਸੀਂ ਪ੍ਰਾਈਵੇਟਾਂ ਦੇ ਕੋਲ ਜਾ ਰਹੇ ਹੋ, ਫਿਰ ਜਿਹੜੀ ਅਸਲੀ ਮਨੋਪਲੀ ਹੈ, ਜਿਹੜੀ ਅਸਲੀ ਚਾਲ ਹੈ ਉਹਨਾਂ ਦੀ, ਉਹ ਸਾਹਮਣੇ ਆਊਗੀ। ਜਿੱਦਾਂ ਅੱਜ ਬਿਹਾਰ ਦੇ ਵਿੱਚ ਕਿਸੇ ਨੂੰ 800 ਰੁਪਇਆ ਰੇਟ ਮਿਲਦਾ, ਕਿਸੇ ਨੂੰ 900, ਕਿਸੇ ਨੂੰ 1000।
1000 ਤੋਂ ਵੱਧ ਕਿਸੇ ਨੂੰ ਵੀ ਝੋਨੇ ਦਾ ਰੇਟ ਨਹੀਂ ਮਿਲਿਆ ਉੱਥੇ। ਤੇ ਅੱਧਾ ਕਿ ਝੋਨਾ ਉਹਨਾਂ ਦਾ ਉਦਾਂ ਹੀ ਸੜ ਜਾਂਦਾ ਟਰਾਲੀਆਂ ਦੇ ਵਿੱਚ ਜਾਂ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ, ਕਿਉਂਕਿ ਸਰਕਾਰੀ ਮੰਡੀ ਨਹੀਂ, ਪ੍ਰਾਈਵੇਟ ਬੰਦੇ ਨੇ ਆਉਣਾ ਖਰੀਦ ਕਰਨ। ਉਹਦਾ ਦਿਲ ਕਰੂਗਾ ਜਦੋਂ ਆਊਗਾ, ਕੋਈ ਉੱਤੇ ਪਾਬੰਦੀ ਨਹੀਂ ਹੈਗੀ ਵੀ ਤੂੰ ਇੰਨੇ ਟਾਈਮ ਦੇ ਵਿੱਚ ਖਰੀਦ ਕਰ। 4-4 5-5 ਦਿਨ ਤੇ ਟਰਾਲੀਆਂ ਦੇ ਵਿੱਚ ਝੋਨਾ ਜਦੋਂ ਪਿਆ ਰਹਿ ਜੇ ਤੇ ਜਿਹੜਾ ਡਾਲੇ 'ਚ ਹੁੰਦਾ ਥੱਲੇ ਉਹਦੇ 'ਚੋਂ ਅੱਧਾ ਕਾਲਾ ਹੋ ਗਿਆ ਹੁੰਦਾ। ਤੇ ਫਿਰ ਰੇਟ ਉਹ ਦੇਣਗੇ ਜਿਹੜਾ ਅੱਜ ਬਿਹਾਰ ਦੇ ਵਿੱਚ ਰੇਟ ਮਿਲ ਰਿਹਾ, ਉਹ ਸਾਨੂੰ ਸਾਰੇ ਜ਼ਿਮੀਂਦਾਰਾਂ ਨੂੰ ਦੇਣਗੇ। ਤੇ ਇਹਦੇ ਵਿੱਚ ਸਾਡੀ ਤਰੱਕੀ ਕਿੱਦਾਂ ਹੋਈ? ਤਰੱਕੀ ਤਾਂ ਸਾਡੀ ਹੋਈ ਨਹੀਂ, ਅਸੀਂ ਤਾਂ ਹੋਰ ਥੱਲੇ ਚਲੇ ਗਏ। ਫਿਰ ਸਾਡੇ ਕੋਲ ਰਸਤਾ ਕੋਈ ਨਹੀਂ ਹੋਣਾ। ਫਿਰ ਰਸਤਾ ਸਾਡੇ ਕੋਲ ਸਰਕਾਰੀ ਖਰੀਦ ਬੰਦ ਹੈ, ਪ੍ਰਾਈਵੇਟ ਬੰਦੇ ਨੇ ਉਹੀ ਖਰੀਦ ਕਰਨਗੇ, 2-3 ਕਾਰਪੋਰੇਟ ਘਰਾਣੇ ਨੇ। ਫਿਰ ਨਾਲ ਇਹ ਵੀ ਗੱਲ ਆਉਂਦੀ ਹੈ ਕਿ ਜਿਹੜੇ ਆੜਤੀਏ ਨੇ ਉਹ ਖਰੀਦ ਅੱਜ ਵੀ ਕਰ ਰਹੇ ਆ, ਉਹ ਕੱਲ ਵੀ ਕਰਨਗੇ। ਜਿਹੜੇ ਸੈਲਰ ਵਾਲੇ ਨੇ, ਸੈਲਰ ਵਾਲੇ ਅੱਜ ਵੀ ਆੜਤੀਏ ਕੋਲੋਂ ਝੋਨਾ ਲੈ ਕੇ ਜਾ ਰਹੇ ਨੇ, ਉਹ ਕਰਨਗੇ ਖਰੀਦ। ਹੁਣ ਤੁਸੀਂ ਵੀ ਬੜੇ ਸਿਆਣੇ ਹੋ, ਕਿਹੜਾ ਆੜਤੀਆ ਆ ਜਿਹਦੇ ਕੋਲ 5-7 ਕਰੋੜ ਰੁਪਈਆ ਮੌਕੇ ਤੇ ਤੁਹਾਨੂੰ ਦੇਣ ਲਈ ਹੈਗਾ? ਆੜਤੀਆਂ ਦੇ ਕਾਰੋਬਾਰ ਵੀ ਲਿਮਟਾਂ ਦੇ ਸਿਰ ਤੇ ਚੱਲ ਰਹੇ ਨੇ, ਸੈਲਰ ਵਾਲਿਆਂ ਦੇ ਵੀ ਲਿਮਟਾਂ ਦੇ ਸਿਰ ਤੇ ਚੱਲ ਰਹੇ ਨੇ। ਹੁਣ ਅਸੀਂ ਫਸਲ ਲੈ ਕੇ ਜਾਵਾਂਗੇ ਆੜਤੀਏ ਦੇ ਕੋਲ, ਆੜਤੀਏ ਦੇ ਕੋਲ 5-7 ਕਰੋੜ ਰੁਪਈਆ ਹੈ ਨਹੀਂ ਤੁਹਾਨੂੰ ਮੌਕੇ ਤੇ ਦੇਣ ਵਾਸਤੇ। ਉਹਦੀ ਖਰੀਦ ਕਰਨੀ ਹੈ ਸੈਲਰ ਵਾਲੇ ਨੇ, ਸੈਲਰ ਵਾਲਾ ਆੜਤੀਏ ਨੂੰ ਪੈਸੇ ਦਊਗਾ, ਤੁਹਾਡੇ ਖਾਤੇ 'ਚ ਪੈਸੇ ਆਉਣਗੇ। ਹੁਣ ਸੈਲਰ ਵਾਲੇ ਦੇ ਕੋਲ ਵੀ ਇੱਕ ਸੈਲਰ ਤੇ ਘੱਟੋ ਘੱਟ 1 ਲੱਖ ਬੋਰੀ ਜਾਂ 1.5 ਲੱਖ ਬੋਰੀ ਲੱਗਦੀ ਹੈ ਘੱਟ ਤੋਂ ਘੱਟ। ਉਹਨੂੰ 15 ਤੋਂ 20 ਕਰੋੜ ਰੁਪਈਆ ਚਾਹੀਦਾ ਇੰਨਾ ਮਾਲ ਖਰੀਦਣ ਵਾਸਤੇ। ਉਹਦੇ ਕੋਲ ਵੀ 15 ਤੋਂ 20 ਕਰੋੜ ਰੁਪਈਆ ਹੈ ਨਹੀਂ ਆ ਵੀ ਜਿਹੜਾ ਉਹ ਆੜਤੀਏ ਨੂੰ ਦੇ ਦੂਗਾ। ਤੇ ਇਹ ਜਿਹੜੇ ਵੱਡੇ ਘਰਾਣੇ ਨੇ, ਇਹਨਾਂ ਨੇ ਵੱਡੇ ਵੱਡੇ ਸੈਲੋ, ਵੱਡੇ ਵੱਡੇ ਸੈਲਰ, ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸੈਲੋ ਤੇ ਇੱਕ ਸੈਲਰ ਇਦਾਂ ਦਾ ਲਾ ਦੇਣਾ ਵੀ ਜਿਹੜਾ ਸਾਰੇ ਜ਼ਿਲ੍ਹੇ ਦੀ ਖਰੀਦ ਉੱਥੇ ਸਟੋਰ ਕਰ ਸਕਦੇ ਆ, ਸਾਰੇ ਜ਼ਿਲ੍ਹੇ ਦੀ ਖਰੀਦ ਉੱਥੇ ਲੈ ਕੇ ਆ ਸਕਦੇ ਆ। ਤੇ ਜਦੋਂ ਇਹ ਏਡੇ ਵੱਡੇ ਘਰਾਣੇ ਪੈਸੇ ਦੇਣਗੇ ਫਸਲਾਂ ਦੇ, ਆਪਣੀ ਮਨਮਰਜ਼ੀ ਨਾਲ ਦੇਣਗੇ, ਤੇ ਛੋਟਾ ਆੜਤੀਆ ਤੇ ਸੈਲਰ ਵਾਲਾ ਵੀ ਨਹੀਂ ਬਚਦਾ ਨਾਲ। ਫਿਰ ਜਿਹੜੇ ਰੇਟ ਨੇ, ਅੱਜ ਆਪਾਂ ਕਹਿੰਦੇ ਜਿਹੜੇ ਸਾਡੇ ਵੀਰ ਭਰਾ ਭੈਣਾਂ ਸ਼ਹਿਰਾਂ ਦੇ ਵਿੱਚ ਬੈਠੇ ਨੇ ਕਿ ਇਹ ਤਾਂ ਖੇਤੀ ਵਾਲਿਆਂ ਦਾ ਅੰਦੋਲਨ ਹੈ, ਸਾਡਾ ਇਸ ਅੰਦੋਲਨ ਨਾਲ ਕੀ ਲੈਣ ਦੇਣ ਹੈ? ਤੁਹਾਡਾ ਇਸ ਅੰਦੋਲਨ ਨਾਲ ਲੈਣ ਦੇਣ ਇਹ ਹੈ ਕਿ ਅੱਜ ਤੁਹਾਨੂੰ ਜਿਸ ਰੇਟ ਤੇ ਸਬਜ਼ੀਆਂ, ਜਿਸ ਰੇਟ ਤੇ ਦਾਲਾਂ, ਜਿਸ ਰੇਟ ਤੇ ਖੰਡ ਮਿਲ ਰਹੀ ਹੈ ਨਾ, ਜਿੱਦਣ ਇਹਨਾਂ ਦੀ ਮੋਨੋਪਲੀ ਸ਼ੁਰੂ ਹੋਈ, ਇਹ ਤਿੰਨੇ ਬਿੱਲ ਆਪਸ ਦੇ ਵਿੱਚ ਐ ਜੁੜੇ ਹੋਏ ਨੇ, ਪੂਰਾ ਕਨੈਕਸ਼ਨ ਆ ਇਹਨਾਂ ਦਾ। ਤੇ ਇਹ ਜੋ ਰੇਟ ਅੱਜ ਆ ਉਹ ਤੋਂ 3 ਗੁਣਾ ਜ਼ਿਆਦਾ ਤੁਹਾਨੂੰ ਮਿਲੇਗਾ ਸ਼ਹਿਰਾਂ ਦੇ ਵਿੱਚ ਬੈਠਿਆਂ ਨੂੰ। ਬਿੱਲ ਦੇ ਵਿੱਚ ਲਿਖਿਆ ਹੈ ਕਿ ਜਿਸ ਭਾਅ ਤੇ ਤੁਸੀਂ ਖਰੀਦ ਕਰੋਗੇ, ਜਿਹੜਾ ਸਮਾਨ ਨੂੰ ਵੇਚੂਗਾ, ਜਿਹੜਾ ਖਰੀਦਦਾਰ ਹੈ, ਜਿਹੜਾ ਵਪਾਰੀ ਹੈ, ਜਿਸ ਰੇਟ ਤੇ ਵਪਾਰੀ ਖਰੀਦੂਗਾ ਉਹ ਉਹਦੇ ਉੱਤੇ 100% ਚਾਰਜ ਕਰ ਸਕਦਾ ਨਾਲ ਹੋਰ। ਬਿੱਲ ਦੇ ਵਿੱਚ ਲਿਖਿਆ ਹੋਇਆ ਹੈ। ਸੋ ਇਹ ਇਦਾਂ ਦੀਆਂ ਬਹੁਤ ਇਹਨਾਂ ਦੀਆਂ ਚਾਲਾਂ ਨੇ, ਬੜੀਆਂ ਡੰਗਾਈ ਦੇ ਵਿੱਚ। ਮੈਂ ਬਹੁਤ ਕੋਸ਼ਿਸ਼ ਮਤਲਬ ਇਹ ਕੀਤੀ ਹੈ ਵੀ ਇੱਕ ਸਿੰਪਲ ਜੀ ਸਿੱਧੀ ਜੀ ਭਾਸ਼ਾ ਦੇ ਵਿੱਚ ਇਹ ਦੱਸਿਆ ਜਾਵੇ ਵੀ ਇਹਦਾ ਨੁਕਸਾਨ ਕੀ ਹੈ। ਸੋ ਇਹ ਗੱਲਾਂ ਸਾਡੀਆਂ ਕਾਲਪਨਿਕ ਨਹੀਂ ਨੇ, ਇਦਾਂ ਦੀਆਂ ਬਹੁਤ ਉਦਾਹਰਨਾਂ ਨੇ, ਬਹੁਤ ਐਗਜ਼ੈਂਪਲਾਂ ਨੇ ਜਿੱਥੇ ਸਰਕਾਰ ਨੇ ਆਪਣਾ ਫੇਲੀਅਰ ਦਿਖਾਇਆ ਹੈ। ਫਿਰ ਉਹ ਕਹਿੰਦੇ ਨੇ ਜੀ ਇਹ 2 ਘਰਾਣਿਆਂ ਨੂੰ ਹੀ ਕਿਉਂ ਅੱਗੇ ਲੈ ਕੇ ਆ ਰਹੇ ਨੇ, ਹੋਰ ਵੀ ਬਹੁਤ ਨੇ। ਸੱਚਾਈ ਲਗਭਗ ਲੋਕਾਂ ਨੂੰ ਪਤਾ, ਪਰ ਬਹੁਤ ਘੱਟ ਲੋਕ ਬੋਲਦੇ ਨੇ ਸੱਚਾਈ ਦੱਸਣ ਲੱਗਿਆ, ਕਿਉਂਕਿ ਡਰਦੇ ਵੀ ਬੜੇ ਨੇ, ਲੱਤਾਂ ਵੀ ਕੰਬਦੀਆਂ ਨੇ ਵੀ ਸਰਕਾਰ ਦੇ ਨਾਲ ਮੱਥਾ ਲਾਉਣਾ ਹੈ, ਇਹਨਾਂ ਘਰਾਣਿਆਂ ਦੇ ਨਾਲ ਲਾਉਣਾ ਹੈ। ਇਹ ਜਦੋਂ ਸਰਕਾਰ ਬਣੀ ਸੀ ਨਾ ਬੀਜੇਪੀ ਦੀ ਪਹਿਲੀ ਵਾਰੀ, ਤੇ ਇੱਥੇ ਬੋਲੀ ਲੱਗੀ ਸੀ ਵੀ ਸਭ ਤੋਂ ਵੱਧ ਪੈਸੇ ਕੌਣ ਇਕੱਠੇ ਕਰੂਗਾ। ਦੌੜ ਦੇ ਵਿੱਚ ਸੀਗੇ ਨਰਿੰਦਰ ਮੋਦੀ ਤੇ ਆਪਣੇ ਅਡਵਾਨੀ ਜੀ। ਅਡਵਾਨੀ ਦੇ ਕੋਲ ਸੀਗੇ ਛੋਟੇ ਛੋਟੇ ਵਪਾਰੀ, ਕੋ 5 ਕਰੋੜ 10 ਕਰੋੜ 15 ਕਰੋੜ 20 ਕਰੋੜ ਰੁਪਈਆ ਦੇਣ ਵਾਲੇ। ਤੇ RSS ਦਾ ਹੈੱਡਕੁਆਟਰ ਨਾਗਪੁਰ ਹੈ। ਇਹ ਵੀ ਔਨ ਰਿਕਾਰਡ ਹੈ ਵੀ ਇਹਨਾਂ ਦੀ ਬੋਲੀ ਲੱਗੀ ਸੀ ਜੇ ਜਿਹੜਾ ਸਭ ਤੋਂ ਵੱਧ ਪੈਸੇ ਇਕੱਠੇ ਕਰ ਲੂ ਇਲੈਕਸ਼ਨ ਕੰਪੇਨ ਵਾਸਤੇ, ਇਲੈਕਸ਼ਨ ਦੇ ਵਿੱਚ ਪੈਸੇ ਲਾਉਣ ਵਾਸਤੇ, ਉਹ
इस देश का प्रधानमंत्री बनूगा। तो मोदी जी को किते दौड़ना ही नहीं पिया। ये दो ही बंदे अडानी ते अंबानी, मोदी जी भी गुजरात दे ते ये भी दोवें गुजरात दे। इन्होंने पैसा इन्ना कि ज़्यादा लाता कि तुहानू किते इधर उधर जाने की कोई लोड़ ही नहीं पई। हुण पहले 5 साल साडे प्रधानमंत्री जी बाहर दे देशां दे दौरियां ते रहे ने। खबरां आउंदियां सी टीवी दे विच, प्रधानमंत्री जी आह देश चले गए, प्रधानमंत्री जी आह देश चले गए, प्रधानमंत्री जी आह देश चले गए। सारिਆਂ ने सुनिया आपां। ਉਹ ਕਿਤੇ ਪੁਰਾਣੀਆਂ ਖਬਰਾਂ ਕੱਢ ਕੇ ਵੇਖਿਓ, ਉਹਨਾਂ ਦੇ ਨਾਲ 2 ਬੰਦੇ ਜ਼ਰੂਰ ਹੁੰਦੇ ਰਹੇ ਨੇ, ਇੱਕ ਅਡਾਨੀ ਤੇ ਇੱਕ ਅੰਬਾਨੀ, ਜਿਹੜੇ ਵੀ ਦੇਸ਼ ਦੇ ਵਿੱਚ ਜਾਣਾ। ਹੁਣ ਜਿਹੜੇ ਵੀ ਦੇਸ਼ ਦੇ ਵਿੱਚ ਜਾਣਾ ਹੈ ਉੱਥੇ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ, ਕਿਸੇ ਮਿਨਿਸਟਰ ਨੂੰ ਮਿਲਣਗੇ, ਉਹਨਾਂ ਦੇ ਬਾਹਰ ਵਿਦੇਸ਼ ਮੰਤਰੀ ਨੂੰ ਮਿਲਣਗੇ, ਇਹ ਵੀ ਨਾਲ ਹੱਥ ਮਿਲਾਉਂਦੇ ਸੀਗੇ। ਲੇਜ਼ਨਿੰਗ ਹੁੰਦੀ ਆ ਵਿਚੋਲਗੀ, ਉਹਨਾਂ ਦੀ ਵਿਚੋਲਗੀ ਪ੍ਰਧਾਨ ਮੰਤਰੀ ਜੀ ਕਰਦੇ ਰਹੇ ਨੇ। ਉਹਨਾਂ ਨੂੰ ਹੋਰ ਤਗੜੇ ਕਰਨ ਵਾਸਤੇ ਵੀ ਇਹਨਾਂ ਕੋਲ ਪੈਸਾ ਇੰਨਾ ਕਿ ਆ ਜਾਵੇ ਵੀ ਮੈਂ ਅਗਲੇ 100 ਸਾਲ ਇਹ ਗੱਦੀ ਤੋਂ ਉੱਠਾ ਨਾ, ਬੀਜੇਪੀ ਇਸ ਗੱਦੀ ਤੇ ਬੈਠੀ ਰਵੇ। ਕਿਉਂਕਿ ਸਾਰਿਆਂ ਨੂੰ ਪਤਾ ਵੋਟਾਂ ਵਿਕਦੀਆਂ ਨੇ, ਵੋਟਾਂ ਦੇ ਵਿੱਚ ਜੋ ਵਿਖਾਇਆ ਜਾਂਦਾ, ਸਾਡੀ ਮੈਮਰੀ ਬਹੁਤ ਸ਼ਾਰਟ ਹੈ, ਬਹੁਤ ਘੱਟ ਹੈ, ਅਸੀਂ ਭੁੱਲ ਜਾਂਦੇ ਹਾਂ। ਜੋ ਅੱਜ ਸਾਡੇ ਨਾਲ ਹੋ ਰਿਹਾ, ਮੈਨੂੰ ਲੱਗਦਾ ਆਪਾਂ ਸਾਲ ਬਾਅਦ ਇਹ ਵੀ ਭੁੱਲ ਜਾਾਂਗੇ। ਬੜੇ ਬੜੇ ਇਦਾਂ ਦੀਆਂ ਸਾਡੇ ਨਾਲ ਕਿੱਸੇ ਹੋਏ ਨੇ ਜਿਹੜੇ ਸਾਨੂੰ ਯਾਦ ਵੀ ਨਹੀਂ ਪਿੱਛੇ। ਸੋ ਪਹਿਲੇ 5 ਸਾਲ ਦੇ ਇਹਨਾਂ ਦੀ ਲੇਜ਼ਨਿੰਗ ਕੀਤੀ, ਇਹਨਾਂ ਦੇ ਲਿੰਕ ਬਣਾਏ ਵੀ ਤੁਸੀਂ ਇਹਦੇ ਨਾਲ ਮਿਲੋ, ਇਹਦੇ ਨਾਲ ਮਿਲੋ, ਉਹਨਾਂ ਦੇ ਕਾਰੋਬਾਰ ਸੈੱਟ ਕਰਾਏ। ਹੁਣ ਦੁਬਾਰਾ ਇਲੈਕਸ਼ਨ ਹੋਈ, ਦੁਬਾਰਾ ਇਲੈਕਸ਼ਨ ਦੇ ਵਿੱਚ ਵੀ ਉਹਨਾਂ ਨੇ ਪੈਸੇ ਲਾਏ। ਤੇ ਇਹ ਪਹਿਲਾਂ ਹੀ, ਜੇ ਤੁਸੀਂ ਪਾਰਲੀਮੈਂਟ ਦੇ ਵਿੱਚ ਰੌਲਾ ਪੈਂਦਾ ਹੁੰਦਾ ਸੀ ਵੀ ਸਰਕਾਰ ਇਦਾਂ ਕਰੂਗੀ। ਕੱਲ ਮੈਂ ਇੱਕ ਭਾਸ਼ਣ ਵੇਖ ਰਿਹਾ ਸੀ ਕਿਸੇ ਮੰਤਰੀ ਦਾ, ਉਹਨੇ 2014 ਦੇ ਵਿੱਚ 15 ਦੇ ਵਿੱਚ ਇਹ ਭਾਸ਼ਣ ਦਿੱਤਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੋਊਗਾ, ਤੇ ਉਸ ਟਾਈਮ ਤੇ ਉਹਦਾ ਬਹੁਤ ਵਿਰੋਧ ਕੀਤਾ ਗਿਆ। ਤੇ ਅੱਜ ਸੱਚੀ ਮੁੱਚੀ ਇਦਾਂ ਹੋ ਗਿਆ ਜੋ ਉਹਨੇ 2015 ਚ ਕਿਹਾ ਸੀ। ਫਿਰ ਮੇਰੇ ਬੜੇ ਵੀਰ ਨੇ, ਬੜੇ ਮੇਰੇ ਭਰਾ ਨੇ, ਉਹ ਇਸ ਤਰੀਕੇ ਨਾਲ ਕਹਿੰਦੇ ਨੇ ਕਿ ਤੁਸੀਂ ਲਗਭਗ 3 ਮਹੀਨੇ ਹੋ ਚਲੇ, ਤੁਸੀਂ ਸ਼ਾਂਤਮਈ ਬੈਠੇ ਹੋ, ਤੁਸੀਂ ਤੇ ਭਾਵੇਂ 6 ਮਹੀਨੇ ਹੋਰ ਸ਼ਾਂਤਮਈ ਬੈਠੇ ਰਹੋ, ਸਰਕਾਰ ਨੂੰ ਕੀ ਫਰਕ ਪੈਂਦਾ? ਸਰਕਾਰ ਨੂੰ ਫਰਕ ਹੀ ਇਸੇ ਚੀਜ਼ ਨਾਲ ਪੈਂਦਾ। ਜੇ ਆਪਾਂ ਸ਼ਾਂਤਮਈ ਆ ਤੇ ਇਸੇ ਚੀਜ਼ ਦੇ ਨਾਲ ਫਰਕ ਪੈਂਦਾ। ਅੱਜ ਅਸੀਂ ਕੋਈ ਵੀ ਉਸ ਤਰੀਕੇ ਦਾ ਕੰਮ ਕਰ ਦਿੰਦੇ ਆ ਵੀ ਜਿੱਥੇ ਲੜਾਈ ਝਗੜਾ ਮਾਰਕੁੱਟ ਹੁੰਦੀ ਹੈ ਤੇ ਸਰਕਾਰ ਦੇ ਕੋਲ ਬੜੇ ਇਦਾਂ ਦੇ ਰਿਸੋਰਸਸ ਨੇ, ਬੜੀਆਂ ਇਦਾਂ ਦੀਆਂ ਫੋਰਸਾਂ ਨੇ ਵੀ ਸਾਨੂੰ 2-3 ਦਿਨ ਦੇ ਵਿੱਚ ਵੀ ਖਾਲੀ ਕਰ ਸਕਦੇ। ਤੇ ਦੁਨੀਆ ਦੇ ਅੱਗੇ ਸਾਡੀ ਜਿਹੜੀ ਫੋਟੋ ਹੈ ਉਹ ਇਸ ਤਰੀਕੇ ਨਾਲ ਦੱਸਣਗੇ ਕਿ ਇਹ ਤਾਂ ਮਾਰਖੋਰੇ ਲੋਕ ਨੇ, ਇਹਨਾਂ ਨੇ ਆਪਣਾ ਅਸਲੀ ਚਿਹਰਾ ਤੁਹਾਨੂੰ ਦੱਸ ਦਿੱਤਾ। ਸ਼ਾਂਤਮਈ ਰਹਿ ਕੇ ਹੀ ਸਰਕਾਰ ਦੇ ਨਾਲ ਲੜਿਆ ਜਾਣਾ ਹੈ, ਭਾਵੇਂ ਇੱਥੇ 5 ਮਹੀਨੇ 6 ਮਹੀਨੇ 2 ਮਹੀਨੇ 3 ਮਹੀਨੇ ਜਿੰਨਾ ਚਿਰ ਵੀ ਲੱਗਦਾ, ਵੀ ਸ਼ਾਂਤਮਈ ਰਹਿ ਕੇ ਹੀ ਲੜਿਆ ਜਾਊਗਾ, ਸ਼ਾਂਤਮਈ ਰਹਿ ਕੇ ਹੀ ਜਿੱਤਿਆ ਜਾਊਗਾ। ਸੋ ਅਸੀਂ ਗਮਰਾਹ ਨਾ ਹੋਈਏ। ਜਿਸ ਰਸਤੇ ਤੇ ਤੁਰੇ ਆ ਇਸੇ ਰਸਤੇ ਤੇ ਜਿੱਦਾਂ ਪਹਿਲਾਂ ਚੱਲਦੇ ਆ ਰਹੇ ਆ, ਸਹੀ ਤਰੀਕੇ ਨਾਲ, ਇੱਕ ਸੇਧ ਦੇ ਨਾਲ, ਇਸੇ ਤਰੀਕੇ ਨਾਲ ਚੱਲੀਏ। ਜਿਹੜੇ ਸਾਡੇ ਯੂਨੀਅਨ ਲੀਡਰ ਨੇ, ਸਾਡੇ ਆਗੂ ਨੇ, ਉਹਨਾਂ ਦੇ ਵਿੱਚ ਵਿਸ਼ਵਾਸ ਬਣਾ ਕੇ ਰੱਖੀਏ। ਹਾਂ, ਜਿੱਥੇ ਕੋਈ ਸਾਡਾ ਡਿਸਐਗਰੀਮੈਂਟ ਆ, ਉਹਨਾਂ ਨਾਲ ਨਹੀਂ ਸਹਿਮਤੀ, ਉਹ ਅਸੀਂ ਮਿਲ ਕੇ ਉਹਨਾਂ ਨਾਲ ਗੱਲ ਕਰਕੇ, ਜੇ ਇੱਕ ਆਗੂ ਨਹੀਂ ਅਵੇਲੇਬਲ, ਦੂਜਾ ਅਵੇਲੇਬਲ ਹੈ, ਤੁਹਾਨੂੰ ਦੂਜਾ ਮਿਲ ਸਕਦਾ, ਤੀਜਾ ਮਿਲ ਸਕਦਾ, ਮਿਲ ਕੇ ਆਪਾਂ ਗੱਲ, ਉਹਨੂੰ ਕਿਸੇ ਵੀ ਗੱਲ ਨੂੰ ਵਧਾਉਣ ਤੋਂ ਪਹਿਲਾਂ, ਕਿਸੇ ਵੀ ਗੱਲ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਉਹਨੂੰ ਜਾਣਨ ਦੀ ਬਹੁਤ ਲੋੜ ਹੈ ਕਿ ਸੱਚਾਈ ਹੈ ਕਿ ਝੂਠ ਹੈ। ਜੇ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਨੇ ਬਹੁਤ ਚੰਗੇ ਕੰਮ ਵੀ ਕੀਤੇ ਨੇ ਤੇ ਸੋਸ਼ਲ ਮੀਡੀਆ ਦਾ ਬੁਰੇ ਕੰਮਾਂ ਦੇ ਵਿੱਚ ਵੀ ਬਹੁਤ ਹੱਥ ਹੈ। ਸੋ ਹਰ ਗੱਲ ਤੇ ਯਕੀਨ ਕਰਨਾ, ਹਰ ਗੱਲ ਤੇ ਵਿਸ਼ਵਾਸ ਕਰਨਾ ਅੱਖਾਂ ਬੰਦ ਕਰਕੇ ਵੀ ਮਾੜਾ ਹੈ। ਉਹਦੇ ਤੱਤ ਵੇਖ ਕੇ ਫਿਰ ਉਸ ਚੀਜ਼ ਦੇ ਉੱਪਰ ਪਹਿਰਾ ਦਿਓ। ਕਦੀ ਵੀ ਜੰਗ ਦੇ ਵਿੱਚ ਘੋੜੇ ਬਦਲੇ ਨਹੀਂ ਜਾਂਦੇ। ਜੰਗ ਦੇ ਵਿੱਚ ਘੋੜੇ ਉਹੀ ਰਹਿੰਦੇ ਨੇ ਜਿਹੜੇ ਆਪਾਂ ਵਰਤਦੇ ਹਾਂ, ਜਿਹੜੇ ਪਹਿਲਾਂ ਤੋਂ ਸ਼ੁਰੂਆਤ ਕਰਦੇ ਹਾਂ। ਜਿਹੜੇ ਸਾਡੇ ਆਗੂ ਨੇ ਨਾ, ਸਾਡੇ ਆਗੂ ਇਸ ਵੇਲੇ ਸਾਡੇ ਜਰਨੈਲ ਨੇ, ਤੇ ਜਿਹੜੇ ਅਸੀਂ ਉਹਨਾਂ ਦੀ ਆਰਮੀ ਆ। ਇਹ ਸੱਚਾਈ ਆ। ਕਿਸੇ ਨੂੰ
ਗਲਤ ਵੀ ਲੱਗ ਸਕਦੀ ਹੈ, ਕਿਸੇ ਨੂੰ ਸਹੀ ਵੀ ਲੱਗ ਸਕਦੀ ਹੈ। ਤੇ ਜਦੋਂ ਜਰਨੈਲ ਕੋਈ ਫੈਸਲੇ ਲੈਂਦੇ ਨੇ ਨਾ, ਉਹ ਸਾਡੇ ਵਿੱਚ ਜੋਸ਼ ਵੀ ਭਰਦੇ ਨੇ, ਬਹੁਤ ਗੱਲਾਂ ਵਧਾ ਚੜਾ ਕੇ ਸਾਨੂੰ ਮਤਲਬ ਉੱਪਰ ਲੈ ਕੇ ਆਉਣ ਲਈ ਵੀ ਇਹਨਾਂ ਦਾ ਕਿਤੇ ਜਜ਼ਬਾ ਟੁੱਟ ਨਾ ਜਾਵੇ, ਬਹੁਤ ਗੱਲਾਂ ਇਦਾਂ ਦੀਆਂ ਕਰਦੇ ਨੇ। ਸਮੇਂ ਤੋਂ ਸਮੇਂ ਉਹ ਆਪਣੇ ਡਿਸੀਜ਼ਨ ਵੀ ਬਦਲਦੇ ਨੇ। ਕਿਉਂ? ਕਿਉਂਕਿ ਜਰਨੈਲ ਦਾ ਫਰਜ਼ ਹੈ ਕਿ ਉਹਨੇ ਆਪਣੀ ਆਰਮੀ ਦੀ ਰਾਖੀ ਵੀ ਕਰਨੀ ਹੈ ਤੇ ਆਪਣੇ ਬੰਦੇ ਵੀ ਨਹੀਂ ਮਰਵਾਉਣੇ। ਇਹ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈ। ਜੋ ਵਖਰੇਵੇਂ ਨੇ, ਜੋ ਸਾਡੇ ਨਹੀਂ ਸੋਚ, ਇੱਕ ਪਰਿਵਾਰ ਦੇ ਵਿੱਚ ਵੀ 5 ਜੀਆਂ ਦੀ ਸੋਚ ਨਹੀਂ ਮਿਲਦੀ ਹੁੰਦੀ, ਪਰਿਵਾਰ ਦੇ ਵਿੱਚ ਵੀ ਝਗੜੇ ਹੁੰਦੇ ਨੇ। ਤੇ ਇੱਥੇ ਤੇ 31-32 ਜਥੇਬੰਦੀਆਂ ਨੇ ਤੇ ਉਦਾਂ 450-500 ਤੋਂ ਵੱਧ ਜਥੇਬੰਦੀਆਂ, ਤੇ ਇੱਥੇ ਆਪ ਮਹਾਰੇ ਵੀ ਲੋਕ ਬਹੁਤ ਆਏ ਹੋਏ ਨੇ। ਤੁਸੀਂ ਇੱਥੋਂ ਚੱਲ ਪੋ ਪਿੱਛੇ ਤੱਕ, ਕਿਸੇ ਨੂੰ ਪੁੱਛੋ ਕਿਹੜੀ ਜਥੇਬੰਦੀ ਨਾਲ ਹੋ, ਤੇ ਤੁਹਾਨੂੰ ਅੱਧਿਆਂ ਦਾ ਜਵਾਬ ਇਹ ਮਿਲੇਗਾ ਕਿ ਨਹੀਂ, ਅਸੀਂ ਜਥੇਬੰਦੀ ਨਾਲ ਨਹੀਂ, ਅਸੀਂ ਆਪ ਮਹਾਰੇ ਆਏ ਹੋਏ ਆ। ਸੋ ਜਰਨੈਲਾਂ ਦੇ ਨਾਲ ਸਾਥ ਦੇਣ ਦੀ ਲੋੜ ਹੈ। ਜਰਨੈਲਾਂ ਦੇ ਉੱਪਰ ਬਿਲਕੁਲ ਸਪਸ਼ਟ ਹੋ ਕੇ ਵਿਸ਼ਵਾਸ ਕਰਨ ਦੀ ਲੋੜ ਹੈ। ਜੇ ਕੋਈ ਗਲਤੀਆਂ ਕਰਨਗੇ ਨਾ, ਤੇ ਜਰਨੈਲਾਂ ਨੂੰ ਵੀ ਪਤਾ ਵੀ ਹੁਣ ਆਰਮੀ ਸਾਡੀ ਇੰਨੀ ਤੱਤੀ ਹੈ ਕਿ ਇੱਥੇ ਟੰਗ ਦੇਣਗੇ ਪੁੱਠੇ ਜੇ ਅਸੀਂ ਕੋਈ ਗਲਤ ਡਿਸੀਜਨ ਲਿਆ, ਕੋਈ ਗਲਤ ਫੈਸਲਾ ਲਿਆ। ਇਹ ਵੀ ਨਾਲ ਹੈ। ਸੋ ਆਪਾਂ ਸਹੀ ਤਰੀਕੇ ਨਾਲ ਚੱਲੀਏ, ਆਗੂਆਂ ਦੀ ਅਗਵਾਈ ਦੇ ਵਿੱਚ ਚੱਲੀਏ। ਕੋਈ ਵੀ ਗੱਲ ਆ, ਪੰਜਾਬ ਜਾ ਕੇ ਨਜਿੱਠ ਲਾਂਗੇ, ਹਰਿਆਣੇ ਵਾਲੇ ਹਰਿਆਣੇ ਜਾ ਕੇ ਨਜਿੱਠ ਲਿਓ। ਇਸ ਵੇਲੇ ਸਾਥ ਦਈਏ, ਮੋਢੇ ਨਾਲ ਮੋਢਾ ਜੋੜ ਕੇ ਲਾ ਕੇ ਚੱਲੀਏ, ਤਾਂ ਜੋ ਅਸੀਂ ਵੀ ਇਹਨਾਂ ਦਾ ਹੌਸਲਾ ਬਣ ਸਕੀਏ ਤੇ ਇਹਨਾਂ ਕਿਤੇ ਟੁੱਟਣ ਨਾ ਦਈਏ। ਸੋ ਬਹੁਤ ਬਹੁਤ ਧੰਨਵਾਦ ਮੈਨੂੰ ਸੁਣਨ ਦੇ ਲਈ। ਤੇ ਹੁਣ ਮੈਂ 2 ਕੇ ਨਾਰੇ ਲਾਉਂਗਾ ਤੇ ਉਹਦਾ ਜਵਾਬ ਵੀ ਉਦਾਂ ਹੀ ਦੇ ਦਿਓ ਜੀ। ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਧੰਨਵਾਦ।